सत श्री अकाल। अज असी +2 जमात का यूनिट 2 का सैशन पहला सैल्फ मैनेजमेंट स्किल्स स्वै प्रबंधन के हुनर बारे पढ़ांगे। स्वै प्रबंधन दियां हुनरां दी पछाण। स्वै प्रबंधन जिसनूं स्वै नियंत्रण भी कहा जाता है, यानी कि अपने आप नूं कंट्रोल करना, अपने आप का प्रबंध किवें करना। इस दे विच असीं ये सिखांगे। ਵੱਖੋ ਵੱਖਰੀਆਂ ਸਥਿਤੀਆਂ ਵਿੱਚ ਕਿਸੇ ਦੀਆਂ ਭਾਵਨਾਵਾਂ, ਵਿਚਾਰਾਂ ਅਤੇ ਵਿਵਹਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੀ ਯੋਗਤਾ ਹੈ। ਇਸ ਵਿੱਚ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਅਤੇ ਨਿੱਜੀ ਅਤੇ ਅਕਾਦਮਿਕ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਨਾ ਵੀ ਸ਼ਾਮਿਲ ਹੈ। ਸਖਤ ਸਵੈ ਪ੍ਰਬੰਧਨ ਦੀਆਂ ਕੁਸ਼ਲਤਾਵਾਂ ਬਾਰੇ ਵਿਦਿਆਰਥੀ ਕੁਝ ਖਾਸ ਕੰਮਾਂ ਵਿੱਚ ਬਿਹਤਰ ਹੁੰਦੇ ਹਨ, ਜਿਵੇਂ ਕਿ ਸਮੇਂ ਸਿਰ ਕਲਾਸ ਵਿੱਚ ਆਉਣਾ, ਧਿਆਨ ਦੇਣਾ, ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਦਾ ਕਹਿਣਾ ਮੰਨਣਾ, ਅਨੁਸ਼ਾਸਨ ਨਾਲ ਕੰਮ ਕਰਨਾ ਆਦਿ। ਇਹ ਵਿਅਕਤੀ ਨੂੰ ਪੜ੍ਹਾਈ ਜਾਂ ਕੰਮ ਵਿੱਚ ਬਿਹਤਰ ਢੰਗ ਨਾਲ ਕਰਨ ਵਿੱਚ ਸਹਾਇਤਾ ਕਰਦਾ ਹੈ। ਕੰਮ ਅਤੇ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਕਰਨ ਲਈ ਆਮ ਤੌਰ 'ਤੇ ਵਿਅਕਤੀ ਨੂੰ ਵੱਖ-ਵੱਖ ਹੁਨਰਾਂ ਵਿੱਚ ਆਪਣੇ ਆਪ ਨੂੰ ਪ੍ਰਬੰਧਿਤ ਕਰਨ ਅਤੇ ਸੁਧਾਰਨ ਦੇ ਯੋਗ ਹੋਣਾ ਚਾਹੀਦਾ ਹੈ, ਜਿਸ ਵਿੱਚ ਸਮਾਂਬੱਧਤਾ, ਅਨੁਸ਼ਾਸਨ, ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਕੰਮ ਦੀਆਂ ਆਦਤਾਂ ਸ਼ਾਮਿਲ ਹਨ। ਆਪਣੇ ਆਪ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਵਿਅਕਤੀ ਨੂੰ ਹੇਠ ਲਿਖਿਆਂ ਨੂੰ ਅਨੁਸਾਰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਕੁਝ ਇੱਥੇ ਪੁਆਇੰਟਸ ਦਿੱਤੇ ਗਏ ਹਨ ਜਿਸ ਨਾਲ ਅਸੀਂ ਆਪਣੇ ਆਪ ਨੂੰ ਪ੍ਰਬੰਧਿਤ ਕਰ ਸਕਦੇ ਹਾਂ। ਸਭ ਤੋਂ ਪਹਿਲਾ ਹੈ ਸਕਾਰਾਤਮਕ ਸੋਚ, ਪੋਜ਼ੀਟਿਵ ਥਿੰਕਿੰਗ ਕਹਿ ਦਿੰਦੇ ਜਿਹਨੂੰ। ਇਹ ਸੋਚਣਾ ਕਿ ਕੋਈ ਚੀਜ਼ਾਂ ਕਰ ਸਕਦਾ ਹੈ ਅਤੇ ਖੁਸ਼ ਹੋ ਸਕਦਾ ਹੈ, ਵੀ ਕੋਈ ਵੀ ਇਹ ਕੰਮ ਕਰ ਸਕਦਾ ਹੈ ਅਤੇ ਖੁਸ਼ ਹੋ ਸਕਦਾ ਹੈ। ਨਤੀਜਾ ਅਨੁਕੂਲਤਾ, ਵੱਡੇ ਸੁਪਨੇ ਵੇਖਣ ਅਤੇ ਲੋੜੀਂਦੇ ਜਾਂ ਨਿਰਧਾਰਿਤ ਨਤੀਜੇ ਪ੍ਰਾਪਤ ਕਰਨ ਲਈ। ਸਵੈ ਜਾਗਰੂਕਤਾ, ਕਿਸੇ ਦੀ ਸ਼ਖਸੀਅਤ ਦੇ ਗੁਣਾਂ ਪ੍ਰਤੀ ਜਾਗਰੂਕ ਹੋਣਾ ਅਤੇ ਕਿਸੇ ਦੀਆਂ ਸ਼ਕਤੀਆਂ ਦਾ ਸਭ ਤੋਂ ਵਧੀਆ ਲਾਭ ਉਠਾਉਣਾ, ਇਹ ਸਵੈ ਜਾਗਰੂਕਤਾ ਹੁੰਦੀ ਹੈ। ਅੱਗੇ ਇਸ ਦਾ ਸੈਸ਼ਨ ਪਹਿਲਾ ਸ਼ੁਰੂ ਹੋ ਚੁੱਕਿਆ ਹੈ। ਹੁਣ ਪ੍ਰੇਰਨਾ ਅਤੇ ਸਕਾਰਾਤਮਕ ਰੁਚੀ। ਪ੍ਰੇਰਨਾ ਅਤੇ ਸਕਾਰਾਤਮਕ ਸੋਚ ਨੂੰ ਸਾਨੂੰ ਡਰ ਨੂੰ ਦੂਰ ਕਰਨ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਇਸੇ ਤਰ੍ਹਾਂ ਆਸ਼ਾਵਾਦ, ਜੋ ਕਿ ਇੱਕ ਮਾਨਸਿਕ ਰਵੱਈਆ ਹੈ, ਇੱਕ ਵਿਸ਼ਵਾਸ ਜਾਂ ਉਮੀਦ ਨੂੰ ਦਰਸਾਉਂਦਾ ਹੈ। 2020-21 ਸਕਾਰਾਤਮਕ ਅਤੇ ਲੋੜੀਂਦੇ ਨਤੀਜੇ ਲੈ ਸਕਦਾ ਹੈ। ਇਹ ਸਾਨੂੰ ਸਾਡੇ ਸੁਪਨਿਆਂ ਨੂੰ ਪ੍ਰਾਪਤ ਕਰਨ, ਸਫਲਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ ਅਤੇ ਸਕਾਰਾਤਮਕ ਮਾਨਸਿਕਤਾ ਨਾਲ ਖੁਸ਼ਹਾਲ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰਦਾ ਹੈ। ਹੁਣ ਹੈਲਨ ਕੈਲਰ ਨੇ ਕਿਹਾ ਹੈ, ਆਸ਼ਾਵਾਦੀ ਵਿਸ਼ਵਾਸ ਹੈ ਜੋ ਪ੍ਰਾਪਤੀ ਵੱਲ ਲੈ ਜਾਂਦਾ ਹੈ। ਉਮੀਦ ਅਤੇ ਵਿਸ਼ਵਾਸ ਤੋਂ ਬਿਨਾਂ ਕੁਝ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨੂੰ ਸਮਝੋ। ਅੱਗੇ ਕੁਝ ਪੁਆਇੰਟ ਹੈ। ਪ੍ਰੇਰਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੋਟੀਵੇਸ਼ਨ। ਪ੍ਰੇਰਨਾ ਸ਼ਬਦ ਮਨੋਰਥ ਤੋਂ ਲਿਆ ਗਿਆ ਹੈ। ਇਸ ਪ੍ਰਕਾਰ ਕੁਝ ਉਦੇਸ਼ਾਂ ਜਾਂ ਟੀਚਿਆਂ ਪ੍ਰਤੀ ਵਿਵਹਾਰ ਨੂੰ ਨਿਰਦੇਸ਼ਿਤ ਕਰਨਾ ਪ੍ਰੇਰਨਾ ਦਾ ਸਾਰ ਹੈ। ਜਿਵੇਂ ਕਿ ਕਿਸੇ ਵਿਅਕਤੀ ਨੂੰ ਦੇਖਣਾ ਕਿ ਉਹ ਕਿਸ ਤਰ੍ਹਾਂ ਕੰਮ ਕਰਕੇ ਕਾਮਯਾਬ ਹੋ ਰਿਹਾ ਹੈ, ਉਸ ਤਰ੍ਹਾਂ ਦੇ ਤਰੀਕੇ ਨਾਲ ਅਸੀਂ ਕੰਮ ਕਰ ਸਕਦੇ ਹਾਂ। ਉਸ ਨੂੰ ਮੋਟੀਵੇਸ਼ਨ ਜਾਂ ਪ੍ਰੇਰਨਾ ਕਹਿ ਸਕਦੇ ਹਾਂ। ਪ੍ਰੇਰਨਾ ਹੁਣ 2 ਪ੍ਰਕਾਰ ਦੀ ਹੁੰਦੀ ਹੈ, ਅੰਦਰੂਨੀ ਅਤੇ ਬਾਹਰੀ। ਅੰਦਰੂਨੀ ਪ੍ਰੇਰਨਾ ਨੂੰ ਅਸੀਂ ਇੰਟ੍ਰਿੰਸਿਕ ਮੋਟੀਵੇਸ਼ਨ ਵੀ ਕਹਿ ਦਿੰਦੇ ਹਾਂ। ਇਸ ਵਿੱਚ ਉਹ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਲਈ ਕੋਈ ਪ੍ਰਤੱਖ ਇਨਾਮ ਨਹੀਂ ਹੁੰਦਾ, ਪਰ ਇੱਕ ਅਜਿਹਾ ਕਰਨ ਵਿੱਚ ਆਨੰਦ ਅਤੇ ਸੰਤੁਸ਼ਟੀ ਜ਼ਰੂਰ ਪ੍ਰਾਪਤ ਹੁੰਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲੋਕ ਅੰਦਰੂਨੀ ਤੌਰ 'ਤੇ ਕੁਝ ਕਰਨ ਲਈ ਪ੍ਰੇਰਿਤ ਹੁੰਦੇ ਹਨ, ਕਿਉਂਕਿ ਇਹ ਉਹਨਾਂ ਨੂੰ ਖੁਸ਼ੀ ਦਿੰਦਾ ਹੈ। ਉਹ ਸੋਚਦੇ ਹਨ ਕਿ ਇਹ ਮਹੱਤਵਪੂਰਨ ਹੈ, ਜਾਂ ਮਹਿਸੂਸ ਕਰੋ ਕਿ ਉਹ ਜੋ ਸਿੱਖ ਰਹੇ ਹਨ ਉਹ ਮਹੱਤਵਪੂਰਨ ਹੈ। ਮਨੋਰਥ ਜਾਂ ਟੀਚੇ ਨਾਲ ਸੰਬੰਧਿਤ ਉਤਸ਼ਾਹ ਕਿਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ, ਜਾਣੀ ਕਿ ਇਸ ਵਿੱਚ ਕੋਈ ਬਾਹਰੀ ਇਨਾਮ ਜਾਂ ਪ੍ਰਤੱਖ ਇਨਾਮ ਨਹੀਂ ਦਿੱਤਾ ਜਾਂਦਾ। ਇਹ ਉਹ ਗਤੀਵਿਧੀਆਂ ਹੁੰਦੀਆਂ ਜਿਹੜੀਆਂ ਅਸੀਂ ਅੰਦਰੂਨੀ ਕਰਦੇ ਹਾਂ। ਇਸ ਨਾਲ ਸਾਨੂੰ ਆਨੰਦ ਅਤੇ ਸੰਤੁਸ਼ਟੀ ਦੋਵੇਂ ਚੀਜ਼ਾਂ ਮਿਲਦੀਆਂ ਹਨ। ਬਾਹਰੀ ਪ੍ਰੇਰਨਾ, ਐਕਸਟ੍ਰਿੰਸਿਕ ਮੋਟੀਵੇਸ਼ਨ, ਇਹ ਉਤਸ਼ਾਹ ਜਾਂ ਬਾਹਰੀ ਇਨਾਮ ਦੇ ਕਾਰਨ ਪੈਦਾ ਹੁੰਦੀ ਹੈ। ਪ੍ਰੇਰਨਾ ਜਾਂ ਪ੍ਰੋਤਸਾਹਨ ਦੀ ਘਾਟ ਕਾਰਨ ਨਿਰਾਸ਼ਾ ਹੋ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਬਹੁਤ ਸਾਰੇ ਸਮੇਂ ਲਈ
ਠੇਕੇ 'ਤੇ ਰੱਖੇ ਗਏ ਕਰਮਚਾਰੀ ਨਿਰਾਸ਼ ਹੋ ਸਕਦੇ ਹਨ ਅਤੇ ਇੱਕ ਕੰਪਨੀ ਜਾਂ ਸੰਗਠਨ ਨੂੰ ਛੱਡ ਸਕਦੇ ਹਨ। ਅੱਗੇ ਹੈ ਸਕਾਰਾਤਮਕ ਰਵੱਈਆ। ਇੱਕ ਸਕਾਰਾਤਮਕ ਰਵੱਈਆ ਇੱਕ ਵਿਅਕਤੀ ਨੂੰ ਖੁਸ਼ ਕਰ ਦਿੰਦਾ ਹੈ ਅਤੇ ਸੰਬੰਧਾਂ ਨੂੰ ਬਣਾਉਣਾ ਅਤੇ ਕਾਇਮ ਰੱਖਣ ਵਿੱਚ ਸਹਾਇਤਾ ਵੀ ਕਰਦਾ ਹੈ। ਇਹ ਸਫਲਤਾ ਦੀ ਸੰਭਾਵਨਾ ਹੈ। ਇਸ ਦੇ ਇਲਾਵਾ ਇਹ ਵਿਅਕਤੀ ਨੂੰ ਬਿਹਤਰ ਫੈਸਲੇ ਲੈਣ ਵਿੱਚ ਵੀ ਮਦਦ ਕਰਦਾ ਹੈ। ਇਸ ਲਈ ਸਾਨੂੰ ਨਕਾਰਾਤਮਕ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਨਾਲ ਸਾਡੀ ਮਾਨਸਿਕ ਤੇ ਸਰੀਰਕ ਜਿਹੜੀ ਸਿਹਤ ਹੈ ਉਹ ਵਿਗੜ ਸਕਦੀ ਹੈ। ਸਕਾਰਾਤਮਕ ਰਵੱਈਏ ਨੂੰ ਬਣਾਈ ਰੱਖਣ ਦੇ ਕੀ ਤਰੀਕੇ ਨੇ? ਹੁਣ ਸਕਾਰਾਤਮਕ ਰਵੱਈਏ ਨੂੰ ਬਣਾਉਣ ਵਿੱਚ ਥੋੜ੍ਹਾ ਸਮਾਂ ਅਤੇ ਮਿਹਨਤ ਤਾਂ ਜ਼ਰੂਰ ਲੱਗਦੀ ਹੈ। ਕੁਝ ਤਰੀਕੇ ਦੱਸੇ ਗਏ ਹਨ ਨੀਚੇ, ਜਿਸ ਨਾਲ ਇੱਕ ਸਕਾਰਾਤਮਕ ਰਵੱਈਆ ਬਣਾਈ ਰੱਖਣ ਵਿੱਚ ਸਹਾਇਤਾ ਮਿਲਦੀ ਰਹਿੰਦੀ ਹੈ। ਦਿਨ ਦੀ ਸ਼ੁਰੂਆਤ ਸਵੇਰੇ ਦੀ ਰੂਟੀਨ ਨਾਲ ਕਰੋ। ਸਕਾਰਾਤਮਕ ਪੁਸ਼ਟੀਕਰਨ ਕਰੋ। ਅਕਸਰ ਮੁਸਕਰਾਓ ਅਤੇ ਦਿਨ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੋਚੋ। ਉਸ ਤੋਂ ਬਾਅਦ ਦਿਮਾਗ ਨੂੰ ਸਕਾਰਾਤਮਕਤਾ ਨਾਲ ਭੋਜਨ ਦਿਓ। ਪ੍ਰੇਰਨਾਦਾਇਕ ਕਿਤਾਬਾਂ ਪੜ੍ਹੋ। ਉਤਸ਼ਾਹਜਨਕ ਬੋਲਾਂ ਨਾਲ ਸੰਗੀਤ ਸੁਣੋ। ਪ੍ਰੇਰਨਾਦਾਇਕ ਫਿਲਮਾਂ ਦੇਖੋ ਅਤੇ ਕਿਰਿਆਸ਼ੀਲ ਬਣੋ। ਇੱਕ ਕਿਰਿਆਸ਼ੀਲ ਵਿਅਕਤੀ ਇਹ ਫੈਸਲਾ ਕਰਦਾ ਹੈ ਕਿ ਉਸ ਨੂੰ ਕਿਵੇਂ ਮਹਿਸੂਸ ਹੋਣਾ ਚਾਹੀਦਾ ਹੈ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਕੀ ਹੋ ਰਿਹਾ ਹੈ ਜਾਂ ਕੀ ਦਿਨ ਆ ਸਕਦਾ ਹੈ। ਉਸਾਰੂ ਅਤੇ ਸਕਾਰਾਤਮਕ ਚੀਜ਼ਾਂ 'ਤੇ ਧਿਆਨ ਦਿਓ। ਜ਼ਿੰਦਗੀ ਨੂੰ ਮੁਸ਼ਕਲਾਂ ਨਾਲ ਨਜਿੱਠੋ, ਮੁਸ਼ਕਲਾਂ ਤੋਂ ਭੱਜੋ ਨਾ। ਇਸ ਨੂੰ ਹੱਲ ਨਾਲ ਪਹੁੰਚੋ। ਅਸਫਲਤਾਵਾਂ ਤੋਂ ਸਿੱਖੋ। ਸੋਚੋ ਕੀ ਚੰਗਾ ਹੋ ਸਕਦਾ ਸੀ ਅਤੇ ਟੀਚਿਆਂ ਨੂੰ ਪ੍ਰਤੀ ਕੰਮ ਕਿਵੇਂ ਕਰਨਾ ਹੈ। ਮੌਜੂਦਾ 'ਤੇ ਧਿਆਨ ਕੇਂਦਰਿਤ ਕਰਨਾ ਸਿੱਖੋ। ਜੋ ਕੰਮ ਅਸੀਂ ਮੌਜੂਦਾ ਕਰ ਰਹੇ ਹਾਂ ਉਸ 'ਤੇ ਧਿਆਨ ਕੇਂਦਰਿਤ ਕਰੋ। ਨਕਾਰਾਤਮਕਤਾ ਜ਼ਿਆਦਾਤਰ ਪਿਛਲੇ ਅਤੇ ਭਵਿੱਖ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੁੰਦੀ ਹੈ। ਉਸ ਤੋਂ ਚਿੰਤਾ ਪੈਦਾ ਹੁੰਦੀ ਹੈ, ਇਸ ਲਈ ਉਸ ਤੋਂ ਦੂਰ ਰਹੋ। ਆਪਣੇ ਟੀਚਿਆਂ ਅਤੇ ਸੁਪਨਿਆਂ ਵੱਲ ਵਧੋ। ਖੁਸ਼ ਰਹੋ ਅਤੇ ਸੁਪਨਿਆਂ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ। ਇਹ ਕੁਝ ਹੋਰ ਤਕਨੀਕਾਂ ਵੀ ਹਨ ਜੋ ਤੁਹਾਨੂੰ ਲੰਬੇ ਸਮੇਂ ਲਈ ਸਕਾਰਾਤਮਕ ਨਜ਼ਰੀਏ ਨੂੰ ਕਾਇਮ ਰੱਖਣ ਵਿੱਚ ਸਹਾਇਤਾ ਕਰ ਸਕਦੀਆਂ ਹਨ। ਪਹਿਲੀ ਹੈ ਸਰੀਰਕ ਕਸਰਤ ਅਤੇ ਤਾਜ਼ੀ ਹਵਾ। ਹਰ ਰੋਜ਼ ਸਾਨੂੰ ਕਸਰਤ ਕਰਨੀ ਚਾਹੀਦੀ ਹੈ, ਡੂੰਘੇ ਸਾਹ ਲੈਣੇ ਚਾਹੀਦੇ ਹਨ, ਯੋਗਾ ਆਦਿ ਕਰਨਾ ਚਾਹੀਦਾ ਹੈ। ਤਾਜ਼ੀ ਹਵਾ ਸਾਨੂੰ ਲੈਣੀ ਚਾਹੀਦੀ ਹੈ। ਸਿਹਤਮੰਦ ਖੁਰਾਕ। ਹੁਣ ਚੰਗਾ ਕੰਮ ਕਰਨ ਦੇ ਲਈ ਚੰਗਾ ਸਰੀਰ ਵੀ ਜ਼ਰੂਰੀ ਹੈ, ਇਸ ਲਈ ਸਾਨੂੰ ਚੰਗੀ ਖੁਰਾਕ ਖਾਣੀ ਚਾਹੀਦੀ ਹੈ, ਜਿਵੇਂ ਦਾਲ, ਰੋਟੀ, ਹਰੀਆਂ ਸਬਜ਼ੀਆਂ, ਫਲ ਰੋਜ਼ਾਨਾ ਖਾਣੇ ਚਾਹੀਦੇ ਹਨ। ਇਸ ਨਾਲ ਸਾਨੂੰ ਕੰਮ ਕਰਨ ਲਈ ਲੋੜੀਂਦੀ ਤਾਕਤ ਮਿਲਦੀ ਰਹਿੰਦੀ ਹੈ। ਅੱਗੇ ਹੈ ਅਕਾਦਮਿਕ ਜੀਵਨ ਨੂੰ ਸੰਗਠਿਤ ਕਰੋ। ਕਲਾਸ ਨੋਟਸ ਨੂੰ ਸੰਗਠਿਤ ਰੱਖ ਕੇ ਸਮੇਂ 'ਤੇ ਕੰਮ ਪੂਰਾ ਕਰੋ। ਸਾਰੀਆਂ ਅੰਤਿਮ ਤਰੀਕਾਂ ਦਾ ਧਿਆਨ ਰੱਖੋ। ਤਣਾਅ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ ਇਸ ਤਰ੍ਹਾਂ, ਕਿਉਂਕਿ ਤਣਾਅ ਜਾਂ ਟੈਨਸ਼ਨ ਸਾਨੂੰ ਉਦੋਂ ਹੁੰਦੀ ਹੈ ਜਦੋਂ ਸਾਡਾ ਪਿਛਲਾ ਕੰਮ ਜ਼ਿਆਦਾ ਰਹਿੰਦਾ ਹੈ। ਇਸ ਲਈ ਕੰਮ ਸਮੇਂ 'ਤੇ ਕਰੋ। ਸਿਰਫ ਸਕੂਲ ਦਾ ਹੀ ਨਹੀਂ ਬਲਕਿ ਘਰ ਦਾ ਵੀ। ਚੰਗੀ ਨੀਂਦ। ਘੱਟੋ ਘੱਟ 7 ਘੰਟੇ ਸਾਨੂੰ ਸੌਣਾ ਚਾਹੀਦਾ ਹੈ। ਇਸ ਨਾਲ ਸਾਡਾ ਦਿਮਾਗ ਵੀ ਚੰਗੀ ਤਰ੍ਹਾਂ ਚੱਲੇਗਾ ਅਤੇ ਸਾਡਾ ਸਰੀਰ ਤਰੋ ਤਾਜ਼ਾ ਹੋ ਕੇ ਕੰਮ ਕਰੇਗਾ। ਪਰਿਵਾਰ ਅਤੇ ਦੋਸਤਾਂ ਨਾਲ ਛੁੱਟੀਆਂ। ਕਿਸੇ ਰਿਸ਼ਤੇਦਾਰ ਦੇ ਸਥਾਨ ਜਿਵੇਂ ਕਿ ਦਾਦਾ ਦਾਦੀ ਦੇ ਘਰ ਜਾਂ ਗਰਮੀ ਦੀਆਂ ਛੁੱਟੀਆਂ ਦੌਰਾਨ ਕਿਸੇ ਨਵੀਂ ਜਗ੍ਹਾ ਦਾ ਦੌਰਾ ਇੱਕ ਆਮ ਰੂਟੀਨ ਨੂੰ ਤੋੜਦਾ ਹੈ ਅਤੇ ਸਾਡੇ ਦਿਮਾਗ ਨੂੰ ਫਰੈਸ਼ ਰੱਖਦਾ ਹੈ। ਇੱਕ ਸਕਾਰਾਤਮਕ ਰਵੱਈਆ ਇੱਕ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਇੱਥੇ ਜੀਵਨ ਦੀਆਂ ਵੱਖੋ ਵੱਖਰੀਆਂ ਸਥਿਤੀਆਂ ਹੁੰਦੀਆਂ ਹਨ, ਜਿਸ ਵਿੱਚ ਸਕਾਰਾਤਮਕ ਰਹਿਣਾ ਨਾਲ ਬੱਚਾ ਚੱਲਦਾ ਰਹੇਗਾ। ਸਭ ਤੋਂ ਆਮ ਉਦਾਹਰਨ ਪ੍ਰੀਖਿਆ ਨਤੀਜਿਆਂ ਵਜੋਂ ਹੁੰਦੀ ਹੈ। ਕਈ ਵਾਰੀ ਵਿਦਿਆਰਥੀ ਪ੍ਰੀਖਿਆਵਾਂ ਵਿੱਚ ਲੋੜੀਂਦਾ ਨਤੀਜਾ ਪ੍ਰਾਪਤ ਨਹੀਂ ਕਰਦਾ, ਪਰ ਇਹ ਮਹੱਤਵਪੂਰਨ ਹੈ ਕਿ ਉਮੀਦ ਨਾ ਗਵਾਓ। ਨਤੀਜੇ ਨੂੰ ਚੰਗੀ ਤਰ੍ਹਾਂ ਸਵੀਕਾਰ ਕਰੋ। ਅਗਲੀ ਪ੍ਰੀਖਿਆ ਦੀ ਵਧੀਆ ਸਕਾਰਾਤਮਕ ਤਿਆਰੀ ਕਰੋ, ਮਿਹਨਤ ਕਰੋ ਅਤੇ ਇੱਕ ਨੌਕਰੀ ਲੈਣ ਲਈ ਚੰਗੀ ਇੰਟਰਵਿਊ ਦੀ ਤਿਆਰੀ ਕਰਕੇ ਜਾਓ। ਇੱਕ ਉਮੀਦਵਾਰ ਪਹਿਲੀ ਕੋਸ਼ਿਸ਼ ਵਿੱਚ ਨਹੀਂ ਚੁਣਿਆ ਜਾਂਦਾ ਤਾਂ ਘਬਰਾਓ ਨਾ, ਟਰਾਈ ਕਰਦੇ ਰਹੋ। ਹਾਲਾਂਕਿ ਸਕਾਰਾਤਮਕ ਰਵੱਈਏ ਅਤੇ ਨਿਰੰਤਰ ਕੋਸ਼ਿਸ਼ਾਂ ਨਾਲ ਸਾਰੇ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ। ਇਸ ਲਈ ਬੱਚੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਜ਼ਿੰਦਗੀ ਵਿੱਚ ਹਰ ਸਮੇਂ ਸਕਾਰਾਤਮਕ ਹੀ ਸੋਚੇ, ਕਦੇ ਵੀ ਨੈਗੇਟਿਵ ਨਾ ਸੋਚੋ। ਹੁਣ ਇਸ ਤੋਂ ਅੱਗੇ ਅਸੀਂ ਪੜ੍ਹਦੇ ਹਾਂ
ਤਣਾਅ ਕੀ ਹੈ ਅਤੇ ਇਸ ਦਾ ਪ੍ਰਬੰਧਨ ਕਿਵੇਂ ਕਰੀਏ। ਤਣਾਅ ਜਾਂ ਟੈਨਸ਼ਨ ਪਰੇਸ਼ਾਨ, ਨਾਰਾਜ਼ ਅਤੇ ਨਿਰਾਸ਼ ਮਹਿਸੂਸ ਕਰਨ ਦੀ ਅਵਸਥਾ ਹੈ। ਕਈ ਵਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਕੁਝ ਵੀ ਸਹੀ ਕੰਮ ਨਹੀਂ ਕਰ ਰਹੇ ਹਾਂ। ਅਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਯੋਗ ਨਹੀਂ ਹੁੰਦੇ, ਨਿਰਾਸ਼ ਮਹਿਸੂਸ ਕਰਦੇ ਹਾਂ। ਪਰ ਅਜਿਹਾ ਨਾ ਸੋਚੋ। ਜੇ ਅਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਬੰਧਨ ਅਤੇ ਨਿਯੰਤਰਣ ਕਰਦੇ ਹਾਂ ਤਾਂ ਇਹ ਸਾਨੂੰ ਲੰਘਣ ਵਿੱਚ ਸਹਾਇਤਾ ਕਰੇਗਾ। ਇਸ ਦੇ ਕੁਝ ਤਰੀਕੇ ਵੀ ਹਨ। ਸਭ ਤੋਂ ਪਹਿਲਾਂ ਸਕਾਰਾਤਮਕ ਰਹੋ ਅਤੇ ਵਿਸ਼ਲੇਸ਼ਣ ਕਰੋ ਕਿ ਕੁਝ ਖਾਸ ਸਥਿਤੀ ਵਿੱਚ ਕੀ ਗਲਤ ਹੋ ਰਿਹਾ ਹੈ। ਸਥਿਤੀ ਨੂੰ ਸੁਲਝਾਉਣ ਲਈ ਇੱਕ ਵਾਰ ਸਮਝ ਆਉਣੀ ਜ਼ਰੂਰੀ ਹੈ। ਇੱਕ ਪ੍ਰਾਪਤੀ ਸ਼ੀਟ ਬਣਾ ਕੇ ਰੱਖੋ ਅਤੇ ਛੋਟੀਆਂ-ਛੋਟੀਆਂ ਪ੍ਰਾਪਤੀਆਂ ਵੀ ਦਰਜ ਕਰੋ। ਆਪਣੇ ਵਿਚਾਰ ਪੇਸ਼ ਕਰੋ। ਪਿਛਲੇ ਮੁੱਦਿਆਂ ਬਾਰੇ ਸੋਚਣਾ ਬੰਦ ਕਰੋ। ਦੋਸਤਾਂ ਅਤੇ ਪਰਿਵਾਰ ਨਾਲ ਆਰਾਮ ਨਾਲ ਗੱਲ ਕਰੋ। ਅਭਿਆਸ ਅਤੇ ਯੋਗਾ ਕਰੋ। ਜਦੋਂ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਨਕਾਰਾਤਮਕ ਵਿਚਾਰ ਨੂੰ ਲੈ ਕੇ ਜਾਣਾ ਹੈ, ਆਪਣੀ ਪ੍ਰਾਪਤੀ ਇੱਕ ਸ਼ੀਟ 'ਤੇ ਨਜ਼ਰ ਮਾਰੋ, ਜੋ ਪ੍ਰਾਪਤੀ ਸ਼ੀਟ ਤੁਸੀਂ ਬਣਾਈ ਹੈ। ਹੁਣ ਇਸ ਤੋਂ ਅੱਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹਨ। ਪਹਿਲਾ ਹੈ, ਦੱਸੋ ਕਿ ਤੁਸੀਂ ਜ਼ਿੰਦਗੀ ਵਿੱਚ ਸਕਾਰਾਤਮਕ ਸੋਚ ਨੂੰ ਇੱਕ ਆਦਤ ਬਣਾ ਸਕਦੇ ਹੋ। ਇਸ ਤਰ੍ਹਾਂ ਦੂਜਾ ਕੁਐਸਚਨ ਹੈ, ਸਕਾਰਾਤਮਕ ਸੋਚ ਦੀ ਮਹੱਤਤਾ ਦੀ ਸੂਚੀ ਬਣਾਓ। ਦੱਸੋ ਕਿ ਇਹ ਕਿਵੇਂ ਕਿਸੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਇਹਨਾਂ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਧੰਨਵਾਦ।